लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 475। ਹੁਣ ਤੱਕ ਆਸਾ ਦੀ ਵਾਰ ਸੰਪੂਰਨ ਹੋਈ, ਭਗਤਾਂ ਬਾਣੀ ਆਰੰਭ ਹੋਣ ਲੱਗੀ। ਆਸਾ ਰਾਗ ਦੇ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ। ਹਾਂਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ। ਆਸਾ ਸ੍ਰੀ ਕਬੀਰ ਜੀਓ, ਗੁਰ ਚਰਨ ਲਾਗ ਹਮ ਬਿਨਵਤਾ, पूछत कह जियो पाया, पूछत कह जियो पाया। कावन काज जग उपजै बिन सै, कहो मोहे समझाया। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਭਗਤਾਂ ਬਾਣੀ ਦੇ ਆਰੰਭ ਵਿੱਚ ਮਹਾਰਾਜ ਨੇ ਮੂਲ ਮੰਤਰ ਆਰੰਭ ਕੀਤਾ ਮੰਗਲਾਚਰਨ ਦੇ ਤੌਰ ਤੇ ਕਿ ਪ੍ਰਮਾਤਮਾ ਇੱਕ ਹੈ, ਉਹਦਾ ਨਾਮ ਹਮੇਸ਼ਾ ਰਹਿਣ ਵਾਲਾ ਸਤ ਹੈ, ਉਹ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਐਸੀ ਹਸਤੀ ਹੈ, ਕਰਤਾ ਪੁਰਖ ਹੈ, ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੀ ਕੋਈ ਵੈਰ ਨਹੀਂ। ਅਕਾਲ ਮੂਰਤ, ਉਹ ਐਸੀ ਮੂਰਤ ਹੈ ਜੋ ਸਮੇਂ ਦੇ ਅਧੀਨ ਨਹੀਂ ਆਉਂਦੀ, ਉਹ ਬੱਚਾ ਬੁੱਢਾ ਬਾਲਾ ਨਹੀਂ ਹੁੰਦਾ। ਅਜੂਨੀ, ਉਹ ਜੂਨਾਂ ਤੋਂ ਰਹਿਤ ਹੈ, ਜੰਮਣ ਮਰਨ ਤੋਂ ਰਹਿਤ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਸੈਭੰ, ਮਹਾਰਾਜ ਕਹਿੰਦੇ ਆਪਣੇ ਆਪ ਤੋਂ ਆਪ ਪੈਦਾ ਹੋਇਆ ਹੈ। ਗੁਰ ਪ੍ਰਸਾਦ, ਇਹ ਸਾਰੀਆਂ ਗੱਲਾਂ ਦਾ ਪਤਾ ਮਨੁੱਖ ਨੂੰ ਉਦੋਂ ਲੱਗਦਾ ਜਦੋਂ ਗੁਰੂ ਕਿਰਪਾ ਕਰਦਾ, ਜਦੋਂ ਬਖਸ਼ਿਸ਼ ਕਰਦਾ ਹੈ। ਗੁਰੂ ਦੀ ਕਿਰਪਾ ਦੁਆਰਾ ਇਹਦੇ ਦਰਸ਼ਨ ਹੁੰਦੇ ਨੇ। ਰਾਗ ਆਸਾ ਬਾਣੀ ਭਗਤਾਂ ਕੀ, ਮਹਾਰਾਜ ਨੇ ਸਿਰਲੇਖ ਦਿੱਤਾ ਕਿ ਆਸਾ ਰਾਗ ਵਿੱਚ ਭਗਤਾਂ ਦੀ ਬਾਣੀ ਆਰੰਭ ਹੋਈ ਪੰਚਮ ਪਾਤਸ਼ਾਹ ਵੱਲੋਂ। ਇਹ ਸਿਰਲੇਖ ਲਿਖਿਆ ਗਿਆ। ਕਬੀਰ ਜੀਓ ਨਾਮ ਦਿਓ ਜੀਓ ਰਵਿਦਾਸ ਜੀਓ, ਬੜੇ ਹੀ ਸਤਿਕਾਰਯੋਗ ਸ਼ਬਦਾਂ ਨਾਲ, ਜਿਹਨੂੰ ਅਸੀਂ ਸਤਿਕਾਰਯੋਗ ਕਹਿੰਦੇ ਹਾਂ,
ਕਿ ਸਾਡੇ ਸਤਿਕਾਰਯੋਗ ਕਬੀਰ ਸਾਹਿਬ, ਨਾਮਦੇਵ ਜੀਓ, ਰਵਿਦਾਸ ਜੀ ਮਹਾਰਾਜ, ਉਹਨਾਂ ਦੇ ਇਹ ਸ਼ਬਦ ਇੱਥੇ ਆਉਣਗੇ ਤੇ ਆਰੰਭਤਾ ਕਰਦੇ ਨੇ। ਆਸਾ ਸ੍ਰੀ ਕਬੀਰ ਜੀਓ। ਕਿਹੜੀ ਆਰੰਭਤਾ ਹੋ ਰਹੀ ਹੈ ਉਹ ਆਸਾ ਰਾਗ ਵਿੱਚ ਸ੍ਰੀ ਕਬੀਰ ਜੀ ਉਹਨਾਂ ਦਾ ਸ਼ਬਦ ਜਿਹੜਾ ਆਰੰਭ ਹੋਣ ਲੱਗਾ ਹੈ। ਗੁਰ ਚਰਨ ਲਾਗ ਹਬ ਬਿਨਵਤਾ, ਪੂਛਤ ਕਹਿ ਜਿਉ ਪਾਇਆ। ਸਵਾਲ ਕੀਤਾ ਕਬੀਰ ਸਾਹਿਬ ਨੇ ਕਿ ਗੁਰੂ ਦੇ ਚਰਨੀ ਲੱਗ ਕੇ ਅਸੀਂ ਬਿਨਵਤਾ ਬੇਨਤੀ ਕਰਦੇ ਹਾਂ। ਪੂਛਤ ਕਹਿ ਜਿਉ ਪਾਇਆ, ਜਿਹੜਾ ਜਿਉ ਉਪਾਇਆ ਸ਼ਬਦ ਹੈ ਨਾ, ਇਹ ਊੜਾ ਦੋਵੇਂ ਪਾਸੇ ਲੱਗਦਾ ਹੈ। ਉਹ ਉਪਾਇਆ ਕਿ ਗੁਰੂ ਜੀ ਸਾਨੂੰ ਇਹ ਦੱਸਣਾ ਕਰੋ, ਇਹ ਮਨੁੱਖ ਕਾਹਦੇ ਵਾਸਤੇ ਪੈਦਾ ਹੋਇਆ ਸੀ, ਅਸੀਂ ਇੱਥੇ ਕਿਉਂ ਆਏ ਹਾਂ, ਕਾਹਦੇ ਵਾਸਤੇ ਆ। ਵੈਸੇ ਤਾਂ ਬਾਣੀ 'ਚ ਮਹਾਰਾਜ ਥਾਂ ਥਾਂ ਦੱਸਿਆ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤਰਕਿ ਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਕਹਿੰਦੇ ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਤੇ ਵੇਖੀਏ। ਗੁਰੂ ਅੱਗੇ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ, ਕਿ ਸਾਨੂੰ ਇਹ ਦੱਸੋ ਅਸੀਂ ਉਪਾਏ ਕਿਉਂ ਹਾਂ, ਪੈਦਾ ਕਿਉਂ ਹੋਏ ਹਾਂ। ਕਵਨ ਕਾਜ ਜਗ ਉਪਜਾ ਬਿਨਸੈ, ਕਹੋ ਮੋਹਿ ਸਮਝਾਇਆ। ਕਿਹੜੇ ਕਰਮਾਂ ਕਰਕੇ, ਕਿਹੜੀਆਂ ਕਾਜਾਂ ਕਰਕੇ ਇਹ ਸੰਸਾਰ, ਇਹ ਜੱਗ ਉਪਜਦਾ, ਪੈਦਾ ਹੁੰਦਾ ਤੇ ਬਿਨਸਦਾ, ਖਤਮ ਹੁੰਦਾ। ਕਹਿੰਦੇ ਮੈਨੂੰ ਸਮਝਾਓ, ਗਿਆਨ ਕਰਾਓ ਸਾਨੂੰ ਕਿ ਇਹ ਸੰਸਾਰ ਉਪਜਦਾ ਬਿਨਸਦਾ ਕਿਉਂ ਹੈ। ਜੋ ਚੀਜ਼ ਉਪਜਦੀ ਹੈ ਬਿਨਸਦੀ ਵੀ ਹੈ। ਅਸੀਂ ਉਸ ਮਾਲਕ ਨਾਲੋਂ ਵਿਛੜੇ ਕਿਉਂ, ਵਿਛੜੇ ਕਾਹਦੇ ਵਾਸਤੇ ਵਿਛੜੇ। ਪੰਚਮ ਪਾਤਸ਼ਾਹ ਬਾਣੀ 'ਚ ਫਰਮਾਉਂਦੇ ਨੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇੱਥੇ ਵੀ ਸਵਾਲ ਨੇ ਦੋਵੇਂ ਇਹ ਕਿ ਸਾਨੂੰ ਦੱਸੋ ਮਹਾਰਾਜ ਕਿ ਇਹ ਸੰਸਾਰ ਉਪਜਦਾ ਹੈ, ਬਿਨਸਦਾ ਹੈ, ਖਤਮ ਹੁੰਦਾ ਹੈ, ਮੈਨੂੰ ਸਮਝਾ ਦਿਓ ਜੀ। ਹਾਂਜੀ। देव करहो दया मोहे मार्ग लाभो। देव करो दया मोहे मार्ग लाभो। जित पै बंधन टूटे, जन्म मरण दुख फेड़ कर्म, मरण दुख फेड़ कर्म। सुख जी जन्म ते छूटे, जी जन्म ते छूटे। रहाओ देव करहो दया मोहि मार्ग लाभो, जित भै बंधन टूटै। देव, हे प्रभु तुसीं दैवी स्वरूप हो, जोत स्वरूप हो, किरपा करो साडे ते, बख्शिश करो, दया करो, मोहि मार्ग लाभो। सानू उस रस्ते ते ला दिओ, साडे ते दया करो, किरपा करो। जित भै बंधन टूटै, जिस रस्ते ते चलदियां साडे अंदरों डर निकल जाण ते मोह माया दे बंधन टुटदे ने, सानू वो रस्ते ते ला दिओ, किरपा करो, साडे ते बख्शिश करो। जन्म मरण दुख फेड़ कर्म, सुख जी जन्म ते छूटै। ਇਹ ਜੰਮਣ ਮਰਨ ਦੇ ਦੁੱਖ ਫੇੜੇ ਨੇ ਜਿਹੜੇ, ਇਹ ਕਰਮਾਂ ਦੇ ਜਿਹੜਾ ਅਸਲੀ ਸੁੱਖ ਹੈ ਉਹ ਹੈ ਕਿ ਇਹ ਜਨਮ ਮਰਨ ਤੋਂ ਛੁਟਕਾਰਾ ਹੋ ਜਾਏ। ਸਾਨੂੰ ਉਹ ਸੁੱਖ ਮਿਲਾ ਦਿਓ, ਸਾਡਾ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਏ। ਇਹ ਜਿਹੜੇ ਕਰਮਾਂ ਦੇ ਗੇੜ ਨੇ ਸਾਡੇ, ਕਿਉਂਕਿ ਆਪਣੇ ਕਰਮਾਂ ਨੂੰ ਕੀ ਗਤ ਮੈਂ ਨਾ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਸਾਨੂੰ ਆਪਣੇ ਕਰਮਾਂ ਬਾਰੇ ਨਹੀਂ ਪਤਾ। ਤੁਸੀਂ ਕਿਰਪਾ ਕਰੋ, ਸਾਨੂੰ ਮਾਰਗ ਤੇ ਲਾ ਦਿਓ, ਇਸ ਰਸਤੇ ਪਾ ਦਿਓ, ਤਾਂ ਕਿ ਸਾਡੇ ਅੰਦਰੋਂ ਭੈ ਭਰਮ ਭੁਲੇਖੇ ਤੇ ਸਾਡੇ ਅੰਦਰੋਂ ਜਿਹੜੇ ਬੰਧਨ ਨੇ ਪਏ ਹੋਏ ਮੋਹ ਤੇ ਮਾਇਆ ਦੇ, ਇਹ ਟੁੱਟ ਜਾਣ। ਇਹ ਕਿਰਪਾ ਕਰ ਦਿਓ। ਰਹਾਉ ਦੀ ਪੰਕਤੀ 'ਚ ਮਹਾਰਾਜ ਨੇ ਇੱਥੇ ਕਬੀਰ ਸਾਹਿਬ ਨੇ ਸਪਸ਼ਟ ਕੀਤਾ ਕਿ ਅਸਲੀ ਮਾਰਗ ਸਾਡਾ ਇਹ ਹੈ ਕਿ ਉਸ ਮਾਰਗ ਤੇ ਚੱਲ ਕੇ ਗੁਰੂ ਜੀ ਨੂੰ ਬੇਨਤੀ ਕਰਦੇ ਨੇ ਮਹਾਰਾਜ ਕਿ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਤੇ ਤਾਂ ਕਿ ਸਾਡਾ ਜੰਮਣ ਮਰਨ ਦਾ ਗੇੜ ਟੁੱਟ ਜਾਏ। ਹਾਂਜੀ। माया फास बंद नहीं फारे, माया फास बंद नहीं फारे।
ਅਰ ਮਨ ਸੁਨ ਨ ਲੂਕੇ ਹਰ ਮਨ ਸੁਨ ਨਾ ਲੁਕੇ ਆਪਾ ਪਦ ਨਿਰਵਾਣ ਨ ਚੀਨਿਆ ਇਨ ਬਿਦ ਪਿਓ ਨ ਚੂਕੇ ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੁਨ ਨਾ ਲੁਕੇ। ਪਰ ਮਨ ਜਿਹੜਾ ਹੈ, ਕਿਉਂਕਿ ਗੱਲ ਨੂੰ ਖੋਲਦੇ ਨੇ ਮਹਾਰਾਜ ਕਬੀਰ ਸਾਹਿਬ, ਪਰ ਮਨ ਦੀ ਅਵਸਥਾ ਕੀ ਸਾਡੇ ਦੀ? ਮਹਾਰਾਜ ਕਹਿੰਦੇ ਮਾਇਆ ਫਾਸ ਬੰਦ ਨਹੀਂ ਫਾਰੈ। ਮਾਇਆ ਵਿੱਚ ਫਸਿਆ ਹੋਇਆ ਇਹ ਤੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ, ਇਹਨੂੰ ਪਾੜਦਾ ਨਹੀਂ, ਇਸ ਬੰਨਣ ਨੂੰ। ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੁਨ ਨ ਲੁਕੇ। ਇਹ ਮਨ ਸੁਨ ਅਵਸਥਾ ਵਿੱਚ ਨਹੀਂ ਜਾਂਦਾ, ਆਪਣੇ ਫੁਰਨਿਆਂ ਨੂੰ ਛੱਡਦਾ ਨਹੀਂ, ਕੋਈ ਨਾ ਕੋਈ ਫੁਰਨਾ ਫੜੀ ਰੱਖਦਾ ਹੈ, ਕਿਸੇ ਨਾ ਕਿਸੇ ਗੱਲ ਤੇ ਤੁਰਿਆ ਰਹਿੰਦਾ ਅੰਦਰੋਂ। ਉਸ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ, ਉਸ ਮੋਹ ਮਾਇਆ ਦੇ ਬੰਧਨਾਂ ਨੂੰ ਛੱਡਦਾ ਨਹੀਂ। ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਭਿਓ ਨਾ ਚੁਕੇ। ਆਪਾ ਪਦ ਆਪਣੇ ਆਪ ਨੂੰ ਖੋਜਿਆ ਨਹੀਂ, ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ। ਇਹ ਮਨ ਦੀ ਅਵਸਥਾ ਹੈ। ਇਸ ਕਰਕੇ ਕਹਿੰਦੇ ਉਸ ਪਦ ਨੂੰ, ਉਸ ਅਵਸਥਾ ਨੂੰ ਖੋਜਦਾ ਨਹੀਂ ਜਿੱਥੇ ਇਸ ਮਨ ਨੂੰ ਸੁੱਖ ਮਿਲਦਾ ਹੈ, ਜਿੱਥੇ ਦਾ ਅਸਲੀ ਸੁੱਖ ਪਿਆ ਹੈ। ਆਪਾ ਪਦ ਨਿਰਵਾਣ ਨਹੀਂ ਚੀਨਿਆ, ਉਹਨੂੰ ਖੋਜਦਾ ਨਹੀਂ ਹੈ। ਇਨ ਬਿਦ ਅਭਿਓ ਨਾ ਚੁਕੇ, ਕਿਉਂ ਇਸੇ ਵਿਧੀ ਕਰਕੇ ਉਹ ਅਪਣਾ ਨਹੀਂ ਰਿਹਾ ਉਸ ਵਿਧੀ ਨੂੰ, ਉਸ ਅਪਰ ਅਵਸਥਾ ਤੱਕ ਜਾ ਨਹੀਂ ਰਿਹਾ। ਤੇ ਮਹਾਰਾਜ ਕਹਿੰਦੇ ਭਾਈ ਫਿਰ ਇਹਦੇ ਅੰਦਰੋਂ ਸੰਸੇ ਭਰਮ ਭੁਲੇਖੇ ਨਹੀਂ ਮਿਟਦੇ ਪਏ, ਕਿਉਂਕਿ ਆਪਣੀਆਂ ਕਰਮਾਂ ਨੂੰ ਨਹੀਂ ਛੱਡਦਾ, ਆਪਣੇ ਸੁਭਾਅ ਨੂੰ ਨਹੀਂ ਤਿਆਗਦਾ ਪਿਆ। ਇਹ ਮੋਹ ਮਾਇਆ ਦੇ ਬੰਧਨਾਂ ਵਿੱਚ ਪਿਆ ਹੋਇਆ, ਉਹਨਾਂ ਫੁਰਨਿਆਂ ਨੂੰ ਤਿਆਗਦਾ ਨਹੀਂ ਇਹ ਮਨ। ਇਸੇ ਕਰਕੇ ਇਹਦੇ ਅੰਦਰੋਂ ਭਰਮ ਭੁਲੇਖੇ ਨਹੀਂ ਨਿਕਲਦੇ ਪਏ। ਹਾਂਜੀ। ਕਹੀ ਨ ਉਪਜੈ ਉਪਜੀ ਜਾਣੈ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਕੀ ਮਨ ਬੁੱਧ ਨਾਸੀ ਤਾ ਸਦਾ ਸਹਿਜ ਲਿਵ ਲੀਣਾ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ। ਹੁਣ ਅਗਲੀ ਗੱਲ ਮਹਾਰਾਜ ਤੀਜੇ ਬੰਦ ਵਿੱਚ ਕਰਦੇ ਨੇ ਕਿ ਇਹ ਫਰਕ ਨਹੀਂ ਜਾਣਦਾ ਕੋਈ ਚੀਜ਼ ਪੈਦਾ ਹੋਈ ਜਾਂ ਨਹੀਂ ਹੋਈ, ਅੰਦਰ ਕੀ ਹੋ ਰਿਹਾ, ਸਾਡੇ ਬਾਹਰ ਕੀ ਹੋ ਰਿਹਾ। ਬਾਹਰਲੇ ਨੂੰ ਸੱਚ ਮੰਨੀ ਬੈਠਾ, ਸੱਚ ਨੂੰ ਝੂਠ ਮੰਨੀ ਬੈਠਾ। ਤੇ ਜਦੋਂ ਇਸ ਚੀਜ਼ ਨੂੰ ਜਾਣ ਲਿਆ, ਇਹਨੇ ਸਮਝ ਲਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ। ਜਦੋਂ ਇਸ ਅਵਸਥਾ ਤੇ ਆਇਆ, ਜਦੋਂ ਇਸ ਅਵਸਥਾ ਨੂੰ ਜਾਣਨਾ ਸ਼ੁਰੂ ਕੀਤਾ ਇਹਨੇ, ਭਾਵ ਅਭਾਵ ਵਿਹੂਣਾ, ਭਾਵ ਅਭਾਵ ਭਾਵ ਅੰਦਰਲੀਆਂ ਅਵਸਥਾਵਾਂ ਤੋਂ ਵਿਹੂਣਾ ਹੋ ਗਿਆ। ਜਾਣਦਿਆਂ ਹੋਇਆ ਵੀ ਸਭ ਕੁਝ ਸੱਚ ਨੂੰ ਕਬੂਲਣ ਲੱਗ ਪਿਆ। ਉਦੈ ਅਸਤ ਕੀ ਮਨ ਬੁੱਧ ਨਾਸੀ। ਉਦੈ ਅਸਤ ਭਾਵ ਕਦੇ ਚੜ੍ਹਾਈ 'ਚ, ਕਦੇ ਡੁੱਬਿਆ ਹੋਇਆ, ਭਾਵ ਕਦੇ ਦੁੱਖ ਤੇ ਸੁੱਖ, ਜਨਮ ਤੇ ਮੌਤ। ਇਹ ਮਨ ਬੁੱਧ ਨਿਕਲ ਗਈ ਅੰਦਰੋਂ ਵੀ ਕੀ ਚੀਜ਼ ਨਾਲ ਮੈਨੂੰ ਆਹ ਮਿਲੇਗਾ, ਮੈਂ ਆਹ ਬਣ ਜਾਵਾਂਗਾ, ਨਹੀਂ ਮਿਲਦਾ ਫਿਰ ਡਿੱਗ ਪੈਂਦਾ। ਕਹਿੰਦੇ ਇਹਨਾਂ ਚੀਜ਼ਾਂ ਤੋਂ ਪਰਾਂ ਹੋ ਗਿਆ ਹੁਣ ਮਨ। ਜਦੋਂ ਮਨ ਇਸ ਚੀਜ਼ ਤੋਂ ਪਰਾਂ ਹੋ ਗਿਆ, ਕਿਉਂਕਿ ਸਾਡੇ ਮਨ 'ਚ ਜਿਹੜੀਆਂ ਫਾਹੀਆਂ ਨੇ ਗਲ 'ਚ ਪੈਂਦੀਆਂ ਨੇ, ਉਹ ਇਸੇ ਕਰਕੇ ਪੈਂਦੀਆਂ ਨੇ ਕਿ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੇ ਉੱਠ ਗੌਰ ਨਾਨਕ ਫਾਸੀ ਗੱਲ ਪਰ। ਜਦੋਂ ਮਨ ਵਿੱਚ ਚਿਤਵਣਾ ਸ਼ੁਰੂ ਫਜ਼ੂਲ ਵਾਧੂ ਦਾ, ਜਿਹਨੂੰ ਚਿਤਵਣਾ ਸੀ ਉਹਨੂੰ ਚਿਤਵਦਾ ਨਹੀਂ। ਕਹਿੰਦੇ ਜਦੋਂ ਇਸ ਅਵਸਥਾ ਤੇ ਆ ਗਿਆ ਕਿ ਉਹਨੂੰ ਚਿਤਵਣ ਲੱਗ ਪਿਆ, ਇਸ ਮੌਤ ਦੇ ਭੈ ਤੋਂ, ਜੰਮਣ ਮਰਨ ਦੇ ਡਰ ਤੋਂ ਪਰਾਂ ਹੋ ਗਿਆ। ਹੁਣ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵ ਲੀਣਾ। ਮਗਰ ਉਦੋਂ ਫਿਰ ਸਦਾ ਹਮੇਸ਼ਾ ਹੀ ਸਹਿਜ ਅਵਸਥਾ ਵਿੱਚ ਟਿਕਿਆ ਹੋਇਆ ਤੇ ਉਸ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋਇਆ ਪੂਰਾ। ਉਦੋਂ ਮਨ ਅੰਦਰ ਕਿਸੇ ਵੀ ਕਿਸਮ ਦਾ ਕੋਈ ਫੁਰਨਾ, ਜੰਮਣ ਦਾ, ਮਰਨ ਦਾ, ਆਉਣ ਦਾ, ਜਾਣ ਦਾ, ਡਿੱਗਣ ਦਾ, ਕਿਸੇ ਕਿਸਮ ਦਾ ਫੁਰਨਾ ਅੰਦਰ ਨਹੀਂ ਫੁਰਦਾ। ਕਹਿੰਦੇ ਉਦੋਂ ਇਹ ਸਹਿਜ ਅਵਸਥਾ ਵਿੱਚ ਟਿਕਿਆ ਹੋਇਆ ਮਨ, ਕਬੀਰ ਸਾਹਿਬ ਕਹਿੰਦੇ ਭਾਈ ਉਦੋਂ ਇਹ ਉਸ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋਇਆ ਹੈ। ਹਾਂਜੀ।
ज्यों प्रतिबिंब बिंब को मिली है, ज्यों प्रतिबिंब बिंब को मिली है, उदक कुंभ बिगराना, उदक कुंभ बिगराना। कहो कबीर ऐसा गुण परम भागा, कहो कबीर ऐसा गुण परम भागा, तो मन सुन समाना। ਕਬੀਰ ਸਾਹਿਬ ਨੇ ਅਖੀਰਲੇ ਬੰਦ ਵਿੱਚ, ਚੌਥੇ ਬੰਦ ਵਿੱਚ ਦੋ ਉਦਾਹਰਨਾਂ ਦੇ ਕੇ ਸਮਝਾਇਆ ਸਨ। ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਿਗਰਾਨਾ। ਮੈਂ ਕਹਿੰਦੇ ਜਿਵੇਂ ਪਾਣੀ ਦੇ ਘੜੇ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਪੈ ਰਿਹਾ, ਮੰਨ ਲਓ ਉਹਦਾ ਅਕਸ ਪੈ ਰਿਹਾ, ਉਹਦਾ ਪਰਛਾਵਾਂ ਪੈ ਰਿਹਾ, ਸਾਨੂੰ ਲੱਗਦਾ ਕਿ ਇੱਕ ਚੰਦਰਮਾ ਉੱਪਰ ਹੈ, ਇੱਕ ਘੜੇ ਵਿੱਚ ਵੀ ਹੈਗਾ, ਕਿਉਂਕਿ ਪਾਣੀ ਹੈ। ਤੇ ਜਦੋਂ ਘੜਾ ਟੁੱਟ ਜਾਂਦਾ ਹੈ, ਉਹ ਪ੍ਰਤੀਬਿੰਬ ਅਲੋਪ ਹੋ ਜਾਂਦਾ, ਵੇਖੋ ਕਿਤੇ ਨਹੀਂ ਰਹਿੰਦਾ। ਫਿਰ ਕਹਿੰਦੇ ਇਸੇ ਤਰ੍ਹਾਂ ਹੀ ਉਹਦਾ ਪ੍ਰਤੀਬਿੰਬ, ਉਸ ਮਾਲਕ ਦਾ ਰੌਸ਼ਨੀ, ਉਸ ਮਾਲਕ ਦੀ ਜੋ ਸਾਡੇ ਇਸ ਸਰੀਰ ਰੂਪੀ ਘੜੇ ਵਿੱਚ ਹੈ, ਜਦੋਂ ਇਹ ਘੜਾ ਟੁੱਟਦਾ ਹੈ, ਇਹਦੇ ਵਰਮ ਭਰਮ ਵਿਕਾਰ ਟੁੱਟਦੇ ਨੇ ਅੰਦਰੋਂ ਸਾਰੇ, ਕਹਿੰਦੇ ਉਸ ਤਰ੍ਹਾਂ ਉਹਦੇ ਵਿੱਚ ਜਾ ਸਮਾਉਂਦਾ ਹੈ। ਦੂਸਰੀ ਉਦਾਹਰਨ ਦਿੰਦੇ ਨੇ, ਕਹੋ ਕਬੀਰ ਐਸਾ ਗੁਣ ਭਰਮ ਭਾਗਾ, ਤਉ ਮਨ ਸੁਨ ਸਮਾਨਾ। ਕਬੀਰ ਸਾਹਿਬ ਕਹਿੰਦੇ ਜਿਸ ਤਰ੍ਹਾਂ ਗੁਣ, ਕਹਿੰਦੇ ਰੱਸੀ ਨੂੰ, ਜਿਸ ਤਰ੍ਹਾਂ ਹਨੇਰੇ 'ਚ ਪਈ ਹੋਈ ਰੱਸੀ ਸਾਨੂੰ ਸੱਪ ਵਾਂਗੂ ਲੱਗਦੀ, ਤੇ ਜਦੋਂ ਚਾਨਣ ਹੋ ਗਿਆ, ਜਦੋਂ ਉਹਨੂੰ ਗਿਆਨ ਹੋਇਆ, ਜਿਹਨੂੰ ਇਹ ਡਰਦਾ ਪਿਆ, ਜਿਹਦੇ ਕੋਲੋਂ ਜਿਹਨੂੰ ਸੱਪ ਸਮਝੀ ਬੈਠਾ ਸੀ, ਉਹ ਡਰ ਚਲਾ ਗਿਆ। ਜਿਹੜੀਆਂ ਚੀਜ਼ਾਂ ਤੋਂ ਇਹ ਡਰਦਾ ਸੀ ਪਹਿਲਾਂ, ਮੌਤ ਤੋਂ, ਹੋਰ ਤੋਂ, ਦੁਨੀਆ ਦੇ ਅਨੇਕਾਂ ਤਰ੍ਹਾਂ ਦੇ ਡਰ ਮਨ 'ਚ ਪੈਦਾ ਕਰੀ ਬੈਠਾ ਹੈ, ਕਹਿੰਦੇ ਜਦੋਂ ਉਹਨੂੰ ਅਸਲੀਅਤ ਦਾ ਪਤਾ ਲੱਗਿਆ, ਸੱਚ ਸਮਝਣੇ ਸਾਹਮਣੇ ਆਇਆ, ਕਹਿੰਦੇ ਉਹ ਡਰ ਅੰਦਰੋਂ ਨਿਕਲ ਗਿਆ। ਤੇ ਕੀ ਹੋਇਆ? ਤਉ ਮਨ ਸੁਨ ਸਮਾਨਾ। ਤੇ ਮੈਂ ਕਹਿੰਦੇ ਉਦੋਂ ਇਹ ਮਨ ਸੁੰਨ ਅਵਸਥਾ ਵਿੱਚ ਚਲਾ ਗਿਆ, ਜਿੱਥੇ ਮਨ ਦੇ ਫੁਰਨੇ ਖਤਮ ਹੋ ਜਾਂਦੇ ਨੇ, ਜਿੱਥੇ ਭਾਵ ਅਭਾਵ ਤੋਂ ਵੀ ਹੋਣਾ ਹੋ ਜਾਂਦਾ ਹੈ, ਜਿੱਥੇ ਮਨ ਅੰਦਰ ਕਿਸੇ ਕਿਸਮ ਦਾ ਕੋਈ ਫੁਰਨਾ ਨਹੀਂ, ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਮਨ, ਉਸ ਨੂੰ ਊਠਤ ਬੈਠਤ ਸੋਵਤ ਨਾਮ, ਉਸ ਅਵਸਥਾ 'ਚ ਪਹੁੰਚਿਆ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਬਾਣੀ 'ਚ ਬਿਆਨ ਕਰਦੇ ਨੇ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਉਹ ਹਮੇਸ਼ਾ ਹੀ ਉਸ ਪਰਮਾਤਮਾ ਦੇ ਨਾਮ ਨੂੰ ਜੁੜਿਆ ਹੋਇਆ, ਉਹਨੂੰ ਧਿਆਉਂਦਾ ਰਹਿੰਦਾ। ਅਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਦੇ ਭਰਮ ਭੁਲੇਖੇ ਨਿਕਲਦੇ ਨੇ ਅੰਦਰੋਂ, ਇਹ ਮਨ ਸੁੰਨ ਅਵਸਥਾ ਵਿੱਚ ਜਾ ਕੇ ਉਸ ਪਰਮਾਤਮਾ ਨੂੰ ਸਿਮਰਦਾ ਹੈ, ਉਹਨੂੰ ਧਿਆਉਂਦਾ ਅਤੇ ਉਹਨੂੰ ਯਾਦ ਕਰਦਾ ਹੈ। ਕਿਉਂਕਿ ਪਹਿਲਾ ਸਵਾਲ ਜਿਹੜੇ ਮਹਾਰਾਜ ਨੇ ਕੀਤਾ ਕਬੀਰ ਸਾਹਿਬ ਨੇ ਕਿ ਗੁਰ ਚਰਨ ਲਾਗ ਹਮ ਬਿਨਮਤਾ ਪੂਛਤ ਕਹਿ ਜੀਉ ਪਾਇਆ, ਕਵਣ ਕਾਜ ਜਗ ਉਪਜੈ ਬਿਨਸੈ। ਬਸ ਇਸੇ ਕਾਜ ਕਰਕੇ ਉਪਜਦਾ ਬਿਨਸੈ, ਕਿਉਂਕਿ ਇਹਦੇ ਬੰਧਨਾਂ ਵਿੱਚ ਪਿਆ ਹੋਇਆ ਮਨੁੱਖ ਜਦ ਤੱਕ ਮਨ ਬੰਧਨਾਂ ਵਿੱਚ ਰਹੇਗਾ, ਮੋਹ ਮਾਇਆ ਵਿੱਚ ਰਹੇਗਾ, ਹੰਕਾਰ ਵਿੱਚ ਰਹੇਗਾ, ਈਰਖਾ ਵਿੱਚ ਰਹੇਗਾ, ਤਦ ਤੱਕ ਇਹਦਾ ਜਨਮ ਮਰਨ ਬਣਿਆ ਰਹੇਗਾ। ਅਤੇ ਜਦੋਂ ਇਹਨਾਂ ਤੋਂ ਟੁੱਟੀਆਂ ਸਾਰਾ ਕੁਝ, ਕਹਿੰਦੇ ਜੰਮਣ ਮਰਨ ਦਾ ਗੇੜ ਤੇ ਉਹਦੇ ਜਿਉਂਦੇ ਜੀ ਟੁੱਟ ਗਿਆ। ਕਿਉਂਕਿ ਸਾਡਾ ਜਿਹੜਾ ਜੰਮਣ ਮਰਨ ਦਾ ਗੇੜ ਹੈ ਉਹ ਮਨ ਦਾ ਹੈ, ਮਨ ਕਰਕੇ ਅਸੀਂ ਜਨਮ ਲੈਂਦੇ ਹਾਂ, ਮਨ ਕਰਕੇ ਅਸੀਂ ਮੁਕਤ ਹੁੰਦੇ ਹਾਂ। ਅਤੇ ਮਹਾਰਾਜ ਕਹਿੰਦੇ ਜਿਉਂਦੇ ਜੀ ਮੁਕਤ ਹੋਣਾ ਹੈ ਤਾਂ ਉਹ ਹੈ ਸੁੰਨ ਅਵਸਥਾ, ਭਾਵ ਉਸ ਪਰਮਾਤਮਾ ਨਾਮ ਨੂੰ ਸਿਮਰਦਿਆਂ ਹੋਇਆਂ, ਉਹਦੀ ਹੁਕਮ ਅਤੇ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਉਹਨੂੰ ਯਾਦ ਕਰਨਾ, ਚੇਤੇ ਕਰਨਾ। ਅਤੇ ਜਦੋਂ ਮਨ ਇਸ ਅਵਸਥਾ 'ਤੇ ਪਹੁੰਚਦਾ ਹੈ ਅਤੇ ਮੈਂ ਕਹਿੰਦਾ ਉਦੋਂ ਇਹ ਸੁੰਨ ਅਵਸਥਾ ਵਿੱਚ ਜਾ ਚੱਕ ਕੇ ਉਸ ਪਰਮਾਤਮਾ ਵਿੱਚ ਜਾ ਸਮਾਉਂਦਾ ਹੈ, ਉਹਦੇ ਵਰਗਾ ਹੀ ਹੋ ਜਾਂਦਾ ਹੈ। ਵਾਹਿਗੁਰੂ मेरे राम हम बारक हर प्रभ के हैं ए आणे, हम बारक हर प्रभ के हैं ए आणे।